ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ ਤੀਜੀ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਤੇ ਪੜ੍ਹਨ ਜਾ ਰਹੇ ਹਾਂ ਉਹਦਾ 15ਵਾਂ ਪਾਠ, ਜਿਹਦਾ ਨਾਮ ਹੈ ਮੱਕੜੀ ਦੀ ਹਿੰਮਤ। ਆਓ ਦੇਖੀਏ ਜ਼ਰਾ ਮੱਕੜੀ ਦੀ ਹਿੰਮਤ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਜਾਂ ਨਹੀਂ। ਇੱਕ ਸੀ ਰਾਜਾ, ਉਹ ਆਪਣੀ ਪ੍ਰਜਾ ਦਾ ਬਹੁਤ ਧਿਆਨ ਰੱਖਦਾ ਸੀ। ਪ੍ਰਜਾ ਵੀ ਆਪਣੇ ਰਾਜੇ ਦਾ ਬਹੁਤ ਸਤਿਕਾਰ ਕਰਦੀ ਸੀ। ਤੇ ਇਹ ਕਹਾਣੀ ਹੈਗੀ ਹੈ ਇੱਕ ਰਾਜੇ ਦੀ ਜੋ ਆਪਣੀ ਪ੍ਰਜਾ, ਆਪਣੇ ਲੋਕਾਂ ਦਾ ਬਹੁਤ ਧਿਆਨ ਰੱਖਦਾ ਸੀ ਤੇ ਬਦਲੇ ਵਿੱਚ ਪ੍ਰਜਾ ਜਾਂ ਉਹਦੇ ਲੋਕ ਉਹਦਾ ਬਹੁਤ ਸਤਿਕਾਰ, ਉਹਦੀ ਬਹੁਤ ਇੱਜ਼ਤ ਕਰਦੇ ਸੀ। ਇੱਕ ਵਾਰ ਦੀ ਗੱਲ ਹੈ ਕਿ ਕਿਸੇ ਦੂਸਰੇ ਦੇਸ਼ ਦੇ ਰਾਜੇ ਨੇ ਉਸ ਦੇਸ਼ ਉੱਤੇ ਹਮਲਾ ਕਰ ਦਿੱਤਾ। ਰਾਜੇ ਦੀਆਂ ਫੌਜਾਂ ਬਹੁਤ ਬਹਾਦਰੀ ਨਾਲ ਲੜੀਆਂ, ਪਰੰਤੂ ਰਾਜੇ ਦੀ ਹਾਰ ਹੋ ਗਈ। ਰਾਜਾ ਦੁਸ਼ਮਣ ਦੀਆਂ ਫੌਜਾਂ ਤੋਂ ਬਚਦਾ ਹੋਇਆ ਦੂਰ ਚਲਾ ਗਿਆ। ਉਹ ਜੰਗਲ ਦੀ ਇੱਕ ਗੁਫਾ ਵਿੱਚ ਰਹਿਣ ਲੱਗਾ। ਤਾਂ ਹੋਇਆ ਕਿ ਸਭ ਕੁਝ ਖੁਸ਼ਹਾਲ ਸੀ ਤੇ ਇੱਕ ਵਾਰ ਕਿਸੇ ਦੂਜੇ ਰਾਜੇ ਨੇ ਉਸ ਰਾਜੇ ਦੇ ਇਲਾਕੇ ਤੇ ਹਮਲਾ ਕਰਤਾ। ਹਾਲਾਂਕਿ ਰਾਜੇ ਦੀਆਂ ਫੌਜਾਂ ਬਹੁਤ ਦਲੇਰੀ, ਬਹੁਤ ਬਹਾਦਰੀ ਨਾਲ ਲੜੀਆਂ, ਪਰ ਲੜਾਈ ਵਿੱਚ ਹਾਰ ਗਈਆਂ ਤੇ ਰਾਜਾ ਦੁਸ਼ਮਣ ਦੀ ਫੌਜਾਂ ਤੋਂ ਬਚਣ ਲਈ ਕਿਤੇ ਦੂਰ ਚਲਾ ਗਿਆ ਤੇ ਬਾਅਦ ਚੋਂ ਗੁਫਾ ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਰਾਜਾ ਗੁਫਾ ਵਿੱਚ ਬੈਠਾ ਕੁਝ ਸੋਚ ਰਿਹਾ ਸੀ। ਉਸਨੇ ਦੇਖਿਆ ਕਿ ਇੱਕ ਮੱਕੜੀ ਵਾਰ-ਵਾਰ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਮੱਕੜੀ ਕੰਧ ਉੱਪਰ ਕੁਝ ਦੂਰੀ ਤੱਕ ਚੜ੍ਹਦੀ ਹੈ, ਫਿਰ ਡਿੱਗ ਪੈਂਦੀ ਹੈ। ਅਜਿਹਾ ਕਈ ਵਾਰ ਹੋਇਆ ਤਾਂ ਵੀ ਮੱਕੜੀ ਨੇ ਕੰਧ ਉੱਤੇ ਚੜ੍ਹਨਾ ਨਾ ਛੱਡਿਆ। ਤਾਂ ਰਾਜਾ ਗੁਫਾ ਵਿੱਚ ਬੈਠਾ ਕੁਝ ਸੋਚ ਰਿਹਾ ਹੁੰਦਾ ਹੈ ਤਾਂ ਉਹਨੇ ਦੇਰ ਨੂੰ ਉਹਦੀ ਨਿਗਾਹ ਪੈਂਦੀ ਹੈ ਮੱਕੜੀ ਤੇ, ਜਿਹੜੀ ਜਾਲਾ ਬੁਣਦੀ ਹੈ। ਤੇ ਉਹ ਮੱਕੜੀ ਜਿੰਨੀ ਵਾਰ ਉੱਪਰ ਜਾਏ ਵਿਚਾਰੀ ਥੱਲੇ ਡਿੱਗ ਜੇ, ਫੇਰ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰੇ, ਫੇਰ ਥੱਲੇ ਡਿੱਗ ਜੇ, ਫੇਰ ਥੱਲੇ। ਅਜਿਹਾ ਕਈ ਵਾਰ ਹੋਇਆ, ਬਹੁਤ ਵਾਰ ਹੋਇਆ, ਪਰ ਮੱਕੜੀ ਕੰਧ ਦੇ ਉੱਤੇ ਚੜ੍ਹਨਾ ਉਹਨੇ ਛੱਡਿਆ ਨਹੀਂ। ਰਾਜਾ ਧਿਆਨ ਨਾਲ ਮੱਕੜੀ ਵੱਲ ਦੇਖ ਰਿਹਾ ਸੀ। ਇੱਕ ਵਾਰ ਤਾਂ ਮੱਕੜੀ ਅਖੀਰ ਤੱਕ ਪਹੁੰਚਣ ਵਾਲੀ ਸੀ ਕਿ ਫੇਰ ਹੇਠਾਂ ਡਿੱਗ ਪਈ। ਹੁਣ ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ। ਰਾਜਾ ਮੱਕੜੀ ਵੱਲ ਦੇਖਦਾ ਰਿਹਾ ਤਾਂ ਹੋਇਆ ਕਿ ਮੱਕੜੀ ਜਿੰਨੀ ਵਾਰ ਉੱਤੇ ਜਾਂਦੀ ਫੇਰ ਵਿਚਾਰੀ ਡਿੱਗ ਜਾਂਦੀ। ਇੱਕ ਵਾਰ ਤਾਂ ਉਹ ਅਖੀਰ ਤੱਕ ਬਸ ਪਹੁੰਚਣ ਵਾਲੀ ਸੀ ਇੱਥੇ ਤੇ ਵਿਚਾਰੀ ਫੇਰ ਡਿੱਗ ਗਈ। ਤੇ ਹੁਣ ਰਾਜਾ ਬੜੇ ਧਿਆਨ ਨਾਲ ਮੱਕੜੀ ਨੂੰ ਦੇਖਣ ਲੱਗ ਪਿਆ। ਉਹਦੇ ਨਾਲ ਹਮਦਰਦੀ ਵੀ ਹੋ ਗਈ। ਉਹਨੂੰ ਵਧੀਆ ਵੀ ਲੱਗੇ ਵੀ ਮੱਕੜੀ ਹਾਰ ਨਹੀਂ ਮੰਨ ਰਹੀ, ਚਲਦੀ ਜਾ ਰਹੀ ਹੈ। ਮੱਕੜੀ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਮੱਕੜੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੀ ਸੀ। ਇਸੇ ਕਰਕੇ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ। ਅੰਤ ਨੂੰ ਮੱਕੜੀ ਆਪਣੇ ਜਾਲ ਵਿੱਚ ਪਹੁੰਚ ਗਈ। ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਮੱਕੜੀ ਨੇ ਹਿੰਮਤ ਨਹੀਂ ਹਾਰੀ। ਉਹ ਕੋਸ਼ਿਸ਼ ਕਰਦਿਆਂ ਡਿੱਗਦਿਆਂ ਅਖੀਰ 'ਚ ਆਪਣੇ ਜਾਲ ਤੱਕ ਪਹੁੰਚ ਗਈ ਤੇ ਮੱਕੜੀ ਦੀ ਮਿਹਨਤ ਦੇਖ ਕੇ ਰਾਜਾ ਵੀ ਬਹੁਤ ਖੁਸ਼ ਹੋਇਆ। ਰਾਜੇ ਦੇ ਮਨ ਵਿੱਚ ਇੱਕ ਫੁਰਨਾ ਫੁਰਿਆ ਕਿ ਜੇਕਰ ਮੱਕੜੀ ਵਰਗਾ ਇੱਕ ਨਿੱਕਾ ਜਿਹਾ ਜੀਵ ਵਾਰ-ਵਾਰ ਕੋਸ਼ਿਸ਼ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਤਾਂ ਮੈਂ ਵੀ ਹਿੰਮਤ ਕਰ ਸਕਦਾ ਹਾਂ। ਹੁਣ ਰਾਜੇ ਨੂੰ ਮੁੜ ਹੌਸਲਾ ਹੋਇਆ। ਤਾਂ ਹੋਇਆ ਕਿ ਰਾਜੇ ਦੇ ਦਿਮਾਗ 'ਚ ਇੱਕ ਵਿਚਾਰ ਆਇਆ ਵੀ ਜੇ ਇੱਕ ਛੋਟਾ ਜਿਹਾ ਜੀਵ ਬਾਰ-ਬਾਰ ਮਿਹਨਤ ਕਰਕੇ ਡਿੱਗਣ ਤੋਂ ਬਾਅਦ ਵੀ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਤੇ ਇਸ ਤੋਂ ਰਾਜੇ ਨੂੰ ਬਹੁਤ ਹੱਲਾਸ਼ੇਰੀ ਵੀ ਮਿਲੀ, ਉਹਨੂੰ ਹੌਸਲਾ ਵੀ ਮਿਲਿਆ। ਰਾਜਾ ਆਪਣੇ ਰਾਜ ਵਿੱਚ ਵਾਪਸ ਚਲਿਆ ਗਿਆ। ਉਸਨੇ ਆਪਣੀ ਫੌਜ ਦੁਬਾਰਾ ਇਕੱਠੀ ਕੀਤੀ। ਰਾਜੇ ਨੇ ਫੌਜ ਇਕੱਠੀ ਕਰਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ। ਅੰਤ ਰਾਜੇ ਦੀ ਜਿੱਤ ਹੋਈ। ਤਾਂ ਰਾਜਾ ਵਾਪਸ ਆਪਣੇ ਇਲਾਕੇ ਗਿਆ, ਆਪਣੇ ਲੋਕਾਂ ਕੋਲ ਗਿਆ।
ਉੱਥੇ ਜਾ ਕੇ ਉਹਨੇ ਫੌਜ ਦੁਬਾਰਾ ਇਕੱਠੀ ਕੀਤੀ ਲੜਨ ਦੇ ਲਈ, ਕਿਉਂਕਿ ਉਹਦੇ ਇਲਾਕੇ ਤੇ ਹਮਲਾ ਹੋ ਗਿਆ ਸੀ ਤੇ ਫੌਜ ਨੇ ਇਕੱਠੇ ਹੋ ਕੇ ਦੁਸ਼ਮਣ ਅੱਗੇ ਹਮਲਾ ਕਰਤਾ ਤੇ ਅਖੀਰੇ ਰਾਜੇ ਦੀ ਜਿੱਤ ਹੋ ਗਈ। ਹੈ ਕਿ ਨਹੀਂ ਵਧੀਆ? ਆ ਦੇਖੋ ਰਾਜਾ ਬੈਠਾ ਹੋਇਆ। ਪ੍ਰਜਾ ਦਾ ਪਿਆਰਾ ਰਾਜਾ ਹੁਣ ਫਿਰ ਆਪਣੇ ਲੋਕਾਂ ਦੇ ਕੰਮ ਕਰਨ ਲਈ ਹਾਜ਼ਰ ਸੀ। ਪ੍ਰਜਾ ਖੁਸ਼ ਸੀ ਕਿ ਸਾਡਾ ਰਾਜਾ ਵਾਪਸ ਆ ਗਿਆ ਹੈ। ਰਾਜੇ ਨੇ ਆਪਣੀ ਪ੍ਰਜਾ ਨੂੰ ਦੱਸਿਆ ਕਿ ਛੋਟੀ ਜਿਹੀ ਮੱਕੜੀ ਨੇ ਉਸਦਾ ਉਤਸ਼ਾਹ ਵਧਾਇਆ। ਰਾਜੇ ਨੇ ਆਪਣੀ ਪ੍ਰਜਾ ਨੂੰ ਇਹੀ ਸਬਕ ਸਿਖਾਇਆ ਕਿ ਮੁੜ-ਮੁੜ ਕੋਸ਼ਿਸ਼ ਕਰਨ ਨਾਲ ਕਾਮਯਾਬੀ ਮਿਲਦੀ ਹੈ। ਤੇ ਜਦ ਰਾਜਾ ਵਾਪਸ ਆ ਗਿਆ ਤੇ ਪ੍ਰਜਾ ਬਹੁਤ ਖੁਸ਼ ਹੋਈ ਵੀ ਸਾਡਾ ਰਾਜਾ ਸਾਡੇ ਵਾਸਤੇ ਵਾਪਸ ਆਇਆ। ਤੇ ਵਾਪਸ ਆ ਕੇ ਉਹਨੇ ਆਪਣੀ ਪ੍ਰਜਾ ਨੂੰ ਦੱਸਿਆ ਵੀ ਮੈਂ ਇੱਥੇ ਤੁਹਾਡੀ ਸੇਵਾ ਕਰਨ ਆਇਆ, ਪਰ ਮੈਨੂੰ ਹੌਸਲਾ ਇੱਕ ਮੱਕੜੀ ਨੇ ਦਿੱਤਾ ਸੀ ਵੀ ਆਪਾਂ ਨੂੰ ਵੀ ਮੁੜ-ਮੁੜ ਕੋਸ਼ਿਸ਼ ਕਰਨੀ ਚਾਹੀਦੀ ਹੈ ਕਾਮਯਾਬੀ ਪਾਉਣ ਲਈ। ਹਾਰ ਨਹੀਂ ਮੰਨਣੀ ਚਾਹੀਦੀ ਕਦੇ। ਠੀਕ ਹੈ ਬੱਚਿਓ, ਤੇ ਤੁਸੀਂ ਵੀ ਹਾਰ ਨਾ ਮੰਨਿਓ। ਅੱਗੇ ਹੈਗਾ पाठ अभ्यास। पहला शब्द अर्थ। प्रजा यानी कि लोग। बहादुरी दलेरी, हिम्मत दिखाना। हिम्मत उद्यम। उत्साह हौसला। सत्कार आदर करना। हाजिर मौजूद। कामयाबी सफलता। फुरना फुरिया यानी कि विचार आया। दूजा प्रश्न मौखिक प्रश्न। पहला, मकड़ी अपनी मंजिल तक पहुंचने ਲਈ बार-बार की कर रही सी? वो अपनी मंजिल तक पहुंचने ਲਈ बार-बार कोशिश कर रही सी। दूजा, अपने राज विच वापस जाके राजे ने की किया? राजे ने मुड़ फौज ਨੂੰ ਇਕੱਠਾ ਕੀਤਾ ਤੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ। ਇੱਥੇ ਲਿਖ ਦਿੰਦੇ ਆ राजे ने मुड़ फौज नू इकट्ठा कीता अते दुश्मन ऊपर हमला करता। ਅੱਗੇ ਚੱਲਦੇ ਹਾਂ। ਤੀਜਾ, ਰਾਜੇ ਨੇ ਕਾਮਯਾਬੀ ਦਾ ਸਬਕ ਕਿਸ ਤੋਂ ਸਿੱਖਿਆ? ਰਾਜੇ ਨੇ ਕਾਮਯਾਬੀ ਦਾ ਸਬਕ ਮੱਕੜੀ ਤੋਂ ਸਿੱਖਿਆ। अगला है तीजा प्रश्न। ठीक उत्तर अगे सही दा निशान लाओ। पहला, प्रजा राजे दा की करती सी? गुस्सा, प्यार या सत्कार? सत्कार। दूजा, जंगल विच राजा किथे रहन लगा? दरखत उपर, झाड़ियां विच, गुफा विच? गुफा विच। तीजा, राजे दा उत्साह किसने ਵਧਾਇਆ? सैनिका ने, शेर ने या मकड़ी ने? मकड़ी ने। चौथा, ठीक शब्द चुन के खाली थावां भरो। ऊड़ा, राजे नू मकड़ी नाल डैश हो रही सी? नफरत या हमदर्दी? हमदर्दी हो रही सी, क्योंकि वो कोशिश करना नहीं छड़ रही सी। एड़ा, राजे दियां फौजां बहुत डैश नाल लड़ियां। बहादुरी, बेसमझी। बहादुरी। ईड़ी,
मकड़ी दी डैश देख के राजा बहुत खुश होया। हिम्मत या चतुराई? हिम्मत। सस्सा, हुण राजे नू मुड़ डैश होया, हौसला या फिकर? हौसला। हाहा, अंत नू राजे दी डैश होई, जित या हार? जित होई। पंजवां प्रश्न, हेठ लिखे प्रश्नां दे उत्तर लिखो। ऊड़ा, राजा दुश्मन दियां फौजां तो बचण लई कित्थे रहण लगा? राजा दुश्मन दियां फौजां तो बचण लई जंगल दी एक गुफा विच रहण लगा। एड़ा, राजे ने गुफा विच किसनू वेख्या? राजे ने गुफा विच एक मकड़ी नू वेख्या। ईड़ी, मकड़ी वार वार की कोशिश कर रही सी? मकड़ी वार वार जाल तक पहुंचण दी कोशिश कर रही सी। सस्सा, अंत विच मकड़ी कित्थों तक पहुंच गई? अंत विच मकड़ी अपने जाल तक पहुंच गई। छेवा, समझो ते लिखो। राजा, राणी, इत्थे लिंग बदलिया होया है। बिल्ला, बिल्ली। ठीक है बच्चों, इत्थे बदलिया होया लिंग। चूहा, चूही। शेर, शेरनी। इत्थे लिखिया है मेहनत ही सफलता दी कुंजी है। जे आपां मेहनत करांगे ते आपां सफल जरूर होवांगे। तां मेहनत करनी कदे भी नहीं छड्डनी चाहिदी। ते मैं उम्मीद करदी हां ਇਹ ਸਿੱਖ ਤੁਸੀਂ ਵੀ ਲਈ ਹੋਏਗੀ। ਹੁਣ ਆਪਾਂ ਅਗਲੀ ਜਮਾਤ ਵਿੱਚ ਮਿਲਾਂਗੇ। ਤਦ ਤੱਕ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।